ओके कम टू द नैक्सट पेज। नैक्सट पेज ਦੇ ਵਿੱਚ ਵੀ ਬੱਚੇ ਸਾਨੂੰ ਸਿਰਫ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਨੇ। ਆਹ ਦੇਖੋ ਸਭ ਤੋਂ ਉੱਪਰ ਆਰਟੀਕਲ 3 ਦੇ ਵਿੱਚ ਰਿਪਰੈਜ਼ੈਂਟੇਸ਼ਨ ਆਫ ਅ ਫੋਰਸ, ਇਹਦਾ ਕੁਝ ਮੀਨਿੰਗ ਨਹੀਂ ਹੈ। ਮੀਨਿੰਗ ਦੇ ਵਿੱਚ ਬਸ ਇਹ ਹੈ ਕਿ ਇੱਕ ਫੋਰਸ ਕਦੋਂ ਮੰਨੋਗੇ ਤੁਸੀਂ ਲੱਗ ਰਹੀ ਹੈ, ਫੋਰਸ ਕਿਸੇ ਚੀਜ਼ 'ਤੇ ਕਦੋਂ ਮੰਨੋਗੇ ਕਿ ਲੱਗ ਰਹੀ ਹੈ। ਪਹਿਲੀ ਗੱਲ ਕੀ ਮੈਟਰ ਕਰਦੀ ਹੈ ਕਿ ਇਹਦਾ ਮੈਗਨੀਟਿਊਡ, ਉਹੀ ਗੱਲ ਹੈ ਨਾ, ਕੋਈ ਕਿੰਨੀ ਕੁ ਫੋਰਸ ਲਗਾਉਣੀ ਪਊਗੀ ਉਹ ਚੀਜ਼ ਦੇ ਭਾਰ ਦੇ ਉੱਤੇ ਡਿਪੈਂਡ ਕਰਦਾ। ਜੇ ਚੀਜ਼ ਹਲਕੀ ਹੈ ਤਾਂ ਉਹਦੇ 'ਤੇ ਬਹੁਤ ਘੱਟ ਫੋਰਸ ਲੱਗੂਗੀ। ਜੇ ਉਹਦਾ ਥੋੜ੍ਹਾ ਵੇਟ ਜ਼ਿਆਦਾ ਹੈ, ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਸੀ ਟਰੀ ਦੀ, ਜੇ ਉਹਦਾ ਵੇਟ ਥੋੜ੍ਹਾ ਜਿਹਾ ਜ਼ਿਆਦਾ ਹੈ, ਠੀਕ ਹੈ, ਤਾਂ ਉਹਦੇ 'ਤੇ ਜ਼ਿਆਦਾ ਫੋਰਸ ਲੱਗੂਗੀ। ਹੁਣ ਮੰਨ ਲਓ ਸਾਡੇ ਕੋਲ ਇਹ ਆਬਜੈਕਟ ਹੈ, ਇਹ ਕਿੰਨਾ ਕੁ ਮੂਵ ਕਰ ਰਿਹਾ ਹੈ ਇਸ ਚੀਜ਼ 'ਤੇ ਡਿਪੈਂਡ, ਕਿੰਨੀ ਕੁ ਫੋਰਸ ਲੈ ਰਿਹਾ ਹੈ, ਠੀਕ ਹੈ। ਇਹ ਕਿਸ ਚੀਜ਼ 'ਤੇ ਡਿਪੈਂਡ ਕਰਦਾ ਕਿ ਇਹਦਾ ਕਿੰਨਾ ਵੇਟ ਹੈ, ਇਟਸ ਮੈਗਨੀਟਿਊਡ ਇਹਦੀ ਡਾਇਰੈਕਸ਼ਨ, ਮਤਲਬ ਮੈਂ ਅੱਗੇ ਨੂੰ ਚੀਜ਼ ਨੂੰ ਮੂਵ ਕਰਨਾ ਹੈ ਜਾਂ ਪਿੱਛੇ ਨੂੰ ਮੂਵ ਕਰਨਾ ਹੈ ਤਾਂ ਮੈਂ ਉਹਦੀ ਡਾਇਰੈਕਸ਼ਨ 'ਚ ਹੀ ਫੋਰਸ ਲਗਾਉਣੀ ਹੈ। ਅਤੇ ਤੀਜਾ, ਅੱਗੇ ਨੂੰ ਮੂਵ ਕਰਨਾ ਹੈ ਤਾਂ ਮਤਲਬ ਫੋਰਸ ਮੈਂ ਪਿੱਛੋਂ ਲਗਾਉਂਗੀ, ਪਿੱਛੇ ਨੂੰ ਮੂਵ ਕਰਨਾ ਫੋਰਸ ਅੱਗੋਂ ਤੋਂ ਲਗਾਈ ਜਾਊਗੀ। ਤਾਂ ਕਿਸੇ ਚੀਜ਼ ਦੇ ਉੱਤੇ ਫੋਰਸ ਕਿਵੇਂ ਲਗਾਉਣੀ ਹੈ ਕਿਸ 'ਤੇ ਡਿਪੈਂਡ ਕਰਦਾ, ਉਹਦੇ ਮੈਗਨੀਟਿਊਡ 'ਤੇ, ਕਿਹੜੀ ਡਾਇਰੈਕਸ਼ਨ 'ਚ ਲਗਾਉਣੀ ਹੈ ਅਤੇ ਕਿਹੜੇ ਪੁਆਇੰਟ ਤੋਂ ਲਗਾਉਣੀ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਹਾਂ, ਫੋਰਸ ਕਿਸ ਤਰ੍ਹਾਂ ਲਗਾਉਣੀ ਹੈ। ਬੱਚੇ ਪੰਜਾਬੀ 'ਚ ਸਮਝਣ ਵਾਲੀਆਂ ਗੱਲਾਂ ਨੇ, ਕਿਉਂਕਿ ਚੈਪਟਰ 1 ਦੇ ਵਿੱਚ ਸਾਨੂੰ ਸਿਰਫ ਬੇਸਿਕਸ ਬਾਰੇ ਹੀ ਸਮਝਣਾ। ਅੱਗੇ ਆ ਗਿਆ ਤੁਹਾਡੇ ਕੋਲ ਇਕੁਇਲੀਬਰੀਅਮ ਦੀ ਤੁਹਾਨੂੰ ਡੈਫੀਨੇਸ਼ਨ ਪੇਪਰ 'ਚ ਆ ਸਕਦੀ ਹੈ। ਉਹੀ ਇਕੁਇਲੀਬਰੀਅਮ ਮੈਂ ਤੁਹਾਨੂੰ ਪਹਿਲੇ ਵੀ ਦੱਸ ਕੇ ਆਈ ਹਾਂ। ਇਫ 2 or more forces acting on a body, ਜੇ 2 ਜਾਂ 2 ਤੋਂ ਜ਼ਿਆਦਾ ਫੋਰਸਿਸ, if 2 or more forces act on a body in such a way, ਜੇ 2 ਜਾਂ 2 ਤੋਂ ਜ਼ਿਆਦਾ ਫੋਰਸਿਸ ਕਿਸੇ ਇੱਕ ਆਬਜੈਕਟ ਦੇ ਲੱਗ ਰਹੀਆਂ ਨੇ, ਮੰਨ ਲਓ ਮੈਂ ਤੁਹਾਡੇ ਕੋਲ ਨਾ ਇਹੀ ਆਬਜੈਕਟ ਹੈ, 2 ਜਾਂ 2 ਤੋਂ ਜ਼ਿਆਦਾ ਫੋਰਸਿਸ ਇੱਕ ਬੋਡੀ ਦੇ ਉੱਤੇ ਇਸ ਤਰ੍ਹਾਂ ਨਾਲ ਲੱਗ ਰਹੀਆਂ ਨੇ ਕਿ ਉਹ ਚੀਜ਼ ਜਾਂ ਤਾਂ ਰੈਸਟ ਪੋਜੀਸ਼ਨ 'ਤੇ ਹੋਵੇ ਜਾਂ ਫਿਰ ਕੀ ਹੋਵੇ, ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੇ। ਯੂਨੀਫਾਰਮ ਮੋਸ਼ਨ ਕਿ ਬਰਾਬਰ ਸਪੀਡ ਨਾਲ, ਇਹ ਨਹੀਂ ਹੈ ਕਿ ਇੱਕ ਵਾਰ ਉਹ ਚੱਲੀ ਅੱਗੇ ਜਾ ਕੇ ਐਵੇਂ ਭੱਜ ਗਈ ਹੈ ਨਾ ਚੀਜ਼। ਤਾਂ ਯੂਨੀਫਾਰਮ ਮੋਸ਼ਨ ਦੇ ਵਿੱਚ ਮਤਲਬ ਜਿਹੜੀ ਸਪੀਡ ਨਾਲ ਉਹ ਬਸ ਚੱਲ ਰਹੀ ਹੈ ਲਗਾਤਾਰ, ਜਾਂ ਤਾਂ ਚੱਲਦੀ ਰਹੇ ਜਾਂ ਆਪਣੀ ਰੈਸਟ ਪੋਜੀਸ਼ਨ 'ਤੇ ਰਹੇ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਇਕੁਇਲੀਬਰੀਅਮ ਪੋਜੀਸ਼ਨ। ਅੱਗੇ ਆ ਗਿਆ ਆਪਣੇ ਕੋਲ ਇਕੁਇਲੀਬਰੀਅਮ ਆਫ 2 ਫੋਰਸਿਸ। ਇਕੁਇਲੀਬਰੀਅਮ ਆਫ 2 ਫੋਰਸਿਸ, 2 ਫੋਰਸਿਸ ਕਦੋਂ ਇਕੁਇਲੀਬਰੀਅਮ ਦੇ ਵਿੱਚ ਰਹਿੰਦੀਆਂ ਨੇ। 2 ਫੋਰਸਿਸ, ਮੰਨ ਲਓ ਆਪਣੇ ਕੋਲ ਇੱਕ ਆਬਜੈਕਟ ਇਹ ਹੈ ਅਤੇ ਇੱਕ ਆਬਜੈਕਟ ਇਹ ਹੈ, ਇਹਨਾਂ ਦੋਨਾਂ 'ਤੇ ਆਪਾਂ ਫੋਰਸ ਲਗਾ ਰਹੇ ਹਾਂ। ਤਾਂ ਇਹ 2 ਫੋਰਸਿਸ ਦੇਖੋ, ਹੁਣ 2 ਟ੍ਰੇਨਸ ਨੇ, ਮੰਨ ਲਓ ਇਹ 2 ਟ੍ਰੇਨਸ ਨੇ, ਇਹ 2 ਟ੍ਰੇਨਸ ਕਦੋਂ ਕਵਾਂਗੇ ਆਪਾਂ ਇਕੁਇਲੀਬਰੀਅਮ ਪੋਜੀਸ਼ਨ 'ਚ ਨੇ, ਜਾਂ ਤਾਂ ਦੋਨੋਂ ਆਪਣੀ ਟਰੈਕ 'ਤੇ ਖੜੀਆਂ ਰਹਿਣ, ਦੋਨੋਂ ਆਪਣੀ ਲਾਈਨ 'ਤੇ ਖੜੀਆਂ ਰਹਿਣ, ਜਾਂ ਫਿਰ ਦੋਨੋਂ ਬਰਾਬਰ ਚੱਲੀ ਜਾਣ, ਹੈ ਨਾ, ਦੋਨੋਂ ਟ੍ਰੇਨਸ ਬਰਾਬਰ ਮੂਵ ਕਰਨ। ਤਾਂ ਇਕੁਇਲੀਬਰੀਅਮ ਆਫ 2 ਫੋਰਸਿਸ ਦੀ ਪਰਫੈਕਟ ਐਗਜ਼ਾਮਪਲ ਹੈ ਪੈਰਲਲ ਟ੍ਰੇਨਸ। ਇਫ 2 ਫੋਰਸਿਸ ਐਕਟਿੰਗ ਔਨ ਅ ਬੋਡੀ ਆਰ ਸਚ ਦੈਟ ਦੇ ਆਰ ਇਕੁਅਲ ਇਨ ਮੈਗਨੀਟਿਊਡ, ਉਹਨਾਂ ਦਾ ਵੇਟ ਵੀ ਇੱਕੋ ਜਿਹਾ, ਜਿਵੇਂ ਮੈਂ ਤੁਹਾਨੂੰ ਟ੍ਰੇਨਸ ਦੀਆਂ ਐਗਜ਼ਾਮਪਲ ਦਿੱਤੀਆਂ ਨੇ ਕਿ 2 ਟ੍ਰੇਨਸ ਨੇ, ਜਾਂ ਤਾਂ ਉਹ ਖੜੀਆਂ ਰਹਿਣੀਆਂ ਚੱਲੀ ਜਾਣ, ਤਾਂ ਦੋਨਾਂ ਦਾ ਮੈਗਨੀਟਿਊਡ ਵੀ ਬਰਾਬਰ ਹੋ ਗਿਆ, ਦੋਨੋਂ ਸੇਮ ਲਾਈਨ 'ਚ ਜਾ ਰਹੀਆਂ ਨੇ, ਜਾਂ ਫਿਰ ਦੋਨੋਂ ਓਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਨੇ ਦੋਨੋਂ, ਠੀਕ ਹੈ। ਇਕੁਇਲੀਬਰੀਅਮ ਕੀ ਹੋ ਗਿਆ, ਇਕੁਇਲੀਬਰੀਅਮ ਆਫ 2 ਫੋਰਸਿਸ ਪੜ੍ਹਿਆ ਪਹਿਲੇ ਆਪਾਂ, ਪੜ੍ਹਿਆ ਸੀ ਇਕੁਇਲੀਬਰੀਅਮ ਹੁੰਦਾ ਕੀ ਹੈ। ਇਕੁਇਲੀਬਰੀਅਮ ਕੀ ਹੁੰਦਾ, ਜਾਂ ਤਾਂ ਚੀਜ਼ ਰੈਸਟ ਪੋਜੀਸ਼ਨ 'ਤੇ ਹੈ ਜਾਂ ਫਿਰ ਯੂਨੀਫਾਰਮ ਬਰਾਬਰ ਸਪੀਡ ਦੇ ਉੱਤੇ ਉਹ ਜਾ ਰਹੀ ਹੈ। ਅਤੇ 2 ਫੋਰਸਿਸ ਕਦੋਂ ਇਕੁਇਲੀਬਰੀਅਮ 'ਚ ਹੋਣਗੀਆਂ, ਜਾਂ ਤਾਂ ਦੋਨੋਂ ਸੇਮ, ਅਤੇ ਦੋਨਾਂ ਦਾ ਵੇਟ ਸੇਮ ਹੋਣਾ ਚਾਹੀਦਾ, ਜਾਂ ਤਾਂ ਦੋਨੋਂ ਸੇਮ ਡਾਇਰੈਕਸ਼ਨ 'ਚ ਜਾਣ ਜਾਂ ਫਿਰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਣ। ਕਲਾਸੀਫਿਕੇਸ਼ਨ ਆਫ ਫੋਰਸਿਸ ਦੇ ਵਿੱਚ ਬੱਚੇ ਕੁਛ ਵੀ ਨਹੀਂ ਹੈ। ਕਲਾਸੀਫਿਕੇਸ਼ਨ ਆਫ ਫੋਰਸਿਸ ਦੇ ਵਿੱਚ ਦੱਸਿਆ ਹੋਇਆ ਐਕਸ਼ਨ ਰਿਐਕਸ਼ਨ। ਜੇ ਕੋਈ ਚੀਜ਼ ਨੂੰ ਆਪਾਂ ਐਕਸ਼ਨ ਰਿਐਕਸ਼ਨ ਦਾ ਮਤਲਬ ਕੀ ਹੁੰਦਾ ਹੈ, ਕਹਿੰਦੇ ਜਦੋਂ ਕੋਈ 2 ਬੋਡੀਜ਼, ਮੰਨ ਲਓ ਮੇਰੇ ਹੱਥ 'ਚ ਪੈਨ ਹੈ, ਇਹ ਹੱਥ 'ਚ ਮੇਰੇ ਪੈਨ ਹੈ, ਇਹ ਪੈਨ ਦਾ ਵੇਟ ਮੇਰੇ ਹੱਥ 'ਤੇ ਪੈ ਰਿਹਾ, ਮੇਰੇ ਹੱਥ ਨੇ ਇਸ ਪੈਨ ਨੂੰ ਹੋਲਡ ਕੀਤਾ ਹੋਇਆ, ਮਤਲਬ ਐਕਸ਼ਨ ਹੋ ਰਿਹਾ, ਇੱਥੋਂ ਕੀ ਹੋ ਰਿਹਾ, ਰਿਐਕਸ਼ਨ। ਪੈਨ ਨੇ ਪਾਇਆ ਐਕਸ਼ਨ, ਦੈਟ ਇਜ਼ ਰਿਐਕਸ਼ਨ। ਕਹਿੰਦੇ ਜਦੋਂ ਕੋਈ 2 ਬੋਡੀਜ਼ ਆਪਸ 'ਚ ਕੰਟੈਕਟ, ਹੁਣ ਇਹ ਵੀ ਇੱਕ ਆਬਜੈਕਟ, ਇਹ ਵੀ ਇੱਕ ਬੋਡੀ ਹੈ, ਮੇਰਾ ਹੱਥ ਵੀ ਉਹਨੂੰ ਹੋਲਡ ਕਰਨ ਲਈ ਇੱਕ ਬੋਡੀ ਆਬਜੈਕਟ ਦਾ ਕੰਮ ਕਰ ਰਿਹਾ। ਕਹਿੰਦੇ ਜਦੋਂ ਕੋਈ
ਬੋਡੀਜ਼ ਇੱਕ ਦੂਜੇ ਦੇ ਕੰਟੈਕਟ ਵਿੱਚ ਆਈਆਂ, ਈਚ ਐਕਸਰਟਸ ਅ ਫੋਰਸਿਸ ਔਨ ਈਚ ਅਦਰ। ਕਹਿੰਦੇ ਦੋ ਬੋਡੀਜ਼ ਇੱਕ ਦੂਜੇ ਦੇ ਕੰਟੈਕਟ ਵਿੱਚ ਆਈਆਂ, ਦੋਨੋਂ ਇੱਕ ਦੂਜੇ ਤੇ ਫੋਰਸ ਲਗਾ ਰਹੀਆਂ ਨੇ ਨਾ, ਇਹ ਨੀਚੇ ਨੂੰ ਗਿਰ ਰਿਹਾ, ਇਹ ਇਹਨੂੰ ਹੋਲਡ ਕਰ ਰੱਖਿਆ, ਜੇ ਇਹਨੂੰ ਛੱਡ ਦੇਵੇ ਫਿਰ ਤਾਂ ਉਹ ਨੀਚੇ ਨੂੰ ਗਿਰ ਜਾਏਗਾ ਨਾ। ਇਫ ਦਾ ਫੋਰਸ ਐਗਜ਼ਰਟਡ ਬਾਏ ਵਨ ਆਫ ਦੀਜ਼ ਬੋਡੀਜ਼ ਔਨ ਦਾ ਅਦਰ ਇਜ਼ ਕਾਲਡ ਐਕਸ਼ਨ। ਕਹਿੰਦੇ ਇੱਕ ਕੀ ਬੋਡੀ ਕੀ ਕਰ ਰਹੀ ਹੈ, ਇੱਕ ਬੋਡੀ ਕੀ ਕਰ ਰਹੀ ਹੈ ਇਹਦੇ 'ਤੇ ਐਕਸ਼ਨ, ਅਤੇ ਦੂਜੀ ਬੋਡੀ ਕੀ ਕਰ ਰਹੀ ਹੈ ਇਹਦੇ ਐਕਸ਼ਨ। ਇਫ ਦਾ ਫੋਰਸ ਐਗਜ਼ਰਟਡ ਬਾਏ ਵਨ ਆਫ ਦੀਜ਼ ਅਦਰ ਇਜ਼ ਕਾਲਡ ਐਕਸ਼ਨ ਐਂਡ ਦਾ ਫੋਰਸ ਐਗਜ਼ਰਟਡ ਬਾਏ ਦਾ ਸੈਕਿੰਡ ਬੋਡੀ ਇਜ਼ ਕਾਲਡ ਦਾ ਰਿਐਕਸ਼ਨ। ਐਕਸ਼ਨ ਰਿਐਕਸ਼ਨ। ਬਸ ਇਹਨੂੰ ਸਿੰਪਲ ਆਪਣੀ ਲੈਂਗੁਏਜ ਦੇ ਵਿੱਚ ਨੋਟਸ ਦੇ ਵਿੱਚ ਹਰੇਕ ਡੈਫੀਨੇਸ਼ਨ ਲਿਖੀ ਜਾਇਓ। ਮੈਂ ਤੁਹਾਨੂੰ ਬੋਲ ਕੇ ਸਮਝਾਤੀ ਹਾਂ। ਇਹਨਾਂ ਨੂੰ ਨੋਟਸ ਦੇ ਵਿੱਚ ਕਿਸ ਤਰ੍ਹਾਂ ਲਿਖਣਾ ਹੈ ਇੱਥੋਂ ਨੋਟਸ ਬਣਾ ਲਿਓ ਆਪਣੇ ਨਾਲ ਨਾਲ, ਮੈਂ ਤੁਹਾਨੂੰ ਪਿਕਚਰਸ ਵੀ ਭੇਜ ਦਾਂਗੀ ਬੱਚੇ। ਅੱਗੇ ਤੁਹਾਡੇ ਕੋਲ ਆ ਗਿਆ ਟੈਂਸ਼ਨ ਔਨ ਥਰਸਟ। ਟੈਂਸ਼ਨ ਔਰ ਥਰਸਟ ਬਹੁਤ ਇੰਪੋਰਟੈਂਟ ਇੱਕ ਡੈਫੀਨੇਸ਼ਨ ਹੈ। ਟੈਂਸ਼ਨ ਔਰ ਥਰਸਟ, ਟੈਂਸ਼ਨ ਔਰ ਥਰਸਟ ਕੁਛ ਨਹੀਂ ਹੁੰਦੀ। ਇੱਥੇ ਦੇਖੋ ਇਹ ਇੱਕ ਰਬੜ ਹੈ, ਠੀਕ ਹੈ, ਰਬੜ ਦੇ ਵਿੱਚ ਆਪਾਂ ਦੂਜੀ ਪਾਤਾ ਓਬਜੈਕਟ ਮੰਨ ਲਓ ਇਹਨੂੰ ਕੋਈ। ਜਦੋਂ ਮੈਂ ਇਸ ਰਬੜ ਤੋਂ ਇਸ ਓਬਜੈਕਟ ਨੂੰ ਨੀਚੇ ਨੂੰ ਖਿੱਚ ਰਹੀ ਹਾਂ, ਦੇਖੋ ਇੱਥੇ ਕੀ ਹੈ, ਇੱਕ ਸਟ੍ਰੈਚ ਆ ਰਿਹਾ, ਇੱਥੇ ਕੀ ਇੱਕ ਤਰ੍ਹਾਂ ਦੀ ਖਿੱਚ ਪੈ ਰਹੀ ਹੈ ਨਾ। ਇਸ ਖਿੱਚ ਨੂੰ ਤੁਸੀਂ ਕੀ ਬੋਲੋਗੇ, ਟੈਂਸ਼ਨ। ਕਹਿੰਦੇ ਜਦੋਂ ਇੱਕ ਸਟਰਿੰਗ, ਇੱਕ ਧਾਗੇ ਦੇ ਨਾਲ ਜਦੋਂ ਇੱਥੇ ਕੋਈ ਓਬਜੈਕਟ ਬੰਨਿਆ ਜਾਂਦਾ ਹੈ ਤਾਂ ਉਹ ਓਬਜੈਕਟ ਆਪਣੇ ਵੇਟ ਕਰਕੇ ਨੀਚੇ ਜਾ ਰਿਹਾ ਹੈ, ਉਹ ਆਪਣੇ ਵੇਟ ਕਰਕੇ ਨੀਚੇ ਜਾ ਰਿਹਾ, ਤਾਂ ਇਸ ਰੱਸੀ ਜਾਂ ਫਿਰ ਇਸ ਓਬਜੈਕਟ ਦੇ ਵਿੱਚ ਜਿਹੜੀ ਖਿੱਚ ਪੈ ਰਹੀ ਹੈ ਇਹਨੂੰ ਤੁਸੀਂ ਕੀ ਬੋਲੋਗੇ, ਟੈਂਸ਼ਨ। ਟੈਂਸ਼ਨ ਨੂੰ ਹੀ ਆਪਾਂ ਕੀ ਕਹਿੰਦੇ ਆ, ਥਰਸਟ। ਵੈਨ ਅ ਸਟਰਿੰਗ ਇਜ਼ ਯੂਜ਼ਡ ਟੂ ਸਪੋਰਟ ਅ ਵੇਟ ਔਰ ਡਰੈਗ ਅ ਬੋਡੀ। ਜਦੋਂ ਕਿਸੇ ਕਹਿੰਦੇ ਸਟਰਿੰਗ ਦੇ ਉੱਤੇ ਵੇਟ ਬੰਨਿਆ ਜਾਂਦਾ ਅਤੇ ਉਹ ਵੇਟ ਕੀ ਹੈ, ਆਪਣਾ ਸਾਰਾ ਵੇਟ ਨੀਚੇ ਨੂੰ ਘੇਰ ਰਿਹਾ ਉਹ ਬੋਡੀ। ਇੱਥੇ ਜਿਹੜੀ ਵੀ ਟੈਂਸ਼ਨ ਯਾਨੀ ਖਿੱਚ ਪੈ ਰਹੀ ਹੈ ਇਹਨੂੰ ਤੁਸੀਂ ਕੀ ਬੋਲੋਗੇ, ਟੈਂਸ਼ਨ। ਬਹੁਤ ਈਜ਼ੀ ਡੈਫੀਨੇਸ਼ਨ ਸੀ। ਦੇਅਰਫੋਰ ਦ ਟੈਂਸ਼ਨ ਆਫ ਸਟਰਿੰਗ ਇਜ਼ ਆਲਵੇਜ਼ ਐਕਟ ਇਨ ਦਾ ਡਾਇਰੈਕਸ਼ਨ ਡਾਇਵਰਜਿੰਗ ਆਊਟ ਦਾ ਬੋਡੀ ਅੰਡਰ ਕੰਸੀਡਰੇਸ਼ਨ। ਕਹਿੰਦੇ ਇਹਦਾ ਮਤਲਬ ਕੀ ਹੋਇਆ, ਜੇ ਇਹ ਬੋਡੀ ਨੀਚੇ ਨੂੰ ਜਾਣਾ ਚਾਹੁੰਦੀ ਹੈ ਤਾਂ ਜਿਹੜੀ ਉਹ ਟੈਂਸ਼ਨ ਹੈ ਉੱਪਰ ਨੂੰ ਪਊਗੀ। ਦੇਖੋ ਓਬਜੈਕਟ ਨੀਚੇ ਗਿਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਜਿਹੜੀ ਬੋਡੀ ਹੈ, ਹੁਣ ਤੁਸੀਂ ਇਹ ਸੋਚੋ ਮਾਊਂਟੇਨ ਦੇ ਉੱਤੇ ਜਿਹੜੇ ਮਾਊਂਟੇਨ 'ਤੇ ਜਿਹੜੇ ਰੱਸੀਆਂ ਨਾਲ ਜੰਪਿੰਗ ਕਰਦੇ ਨੇ, ਬੰਜੀ ਜੰਪਿੰਗ ਜਾਂ ਜੋ ਵੀ ਲਗਾ ਲਓ, ਰਾਫਟਿੰਗ ਕਰਦੇ ਨੇ, ਉਹ ਕੀ ਨੇ, ਰੱਸੀ ਨਾਲ ਆਪਣੇ ਆਪ ਨੂੰ ਨੀਚੇ ਨੂੰ ਧੱਕ ਰਹੇ ਨੇ, ਜਦਕਿ ਰੱਸੀ ਉਹਨਾਂ ਨੂੰ ਉੱਪਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਓਬਜੈਕਟ ਨੀਚੇ ਜਾਣ ਦੀ ਕੋਸ਼ਿਸ਼ ਕਰ ਰਿਹਾ, ਟੈਂਸ਼ਨ ਉੱਪਰ ਨੂੰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਓਬਜੈਕਟ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਟੈਂਸ਼ਨ ਕੰਮ ਕਰੇਗੀ। ਇਹ ਓਬਜੈਕਟ ਹੈ, ਇਹ ਰੱਸੀ ਹੈ, ਰੱਸੀ ਉਹਨੂੰ ਉੱਪਰ ਨੂੰ ਖਿੱਚ ਰਹੀ ਹੈ, ਟੈਂਸ਼ਨ। ਇਹ ਤੁਹਾਡੇ ਕੋਲ ਕੀ ਹੈ, ਤੁਹਾਡਾ ਓਬਜੈਕਟ ਹੈ, ਠੀਕ ਹੈ। ਅਟਰੈਕਸ਼ਨ ਔਰ ਰਿਪਲਸ਼ਨ ਬਹੁਤ ਈਜ਼ੀ ਡੈਫੀਨੇਸ਼ਨ ਹੈ। ਅਟਰੈਕਸ਼ਨ ਐਂਡ ਰਿਪਲਸ਼ਨ, ਦਾ ਫੋਰਸ ਇਜ਼ ਅਟਰੈਕਸ਼ਨ ਇਫ ਦਾ ਟੂ ਬੋਡੀਜ਼ ਅਪਰੋਚ ਈਚ ਅਦਰ। ਜੇ ਕੋਈ ਦੋ ਬੋਡੀਜ਼ ਇੱਕ ਦੂਜੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਉਹ ਕੀ ਹੈ, ਅਟਰੈਕਸ਼ਨ, ਠੀਕ ਹੈ। ਪਰ ਜਦੋਂ ਕੋਈ ਦੋ ਬੋਡੀਜ਼ ਇੱਕ ਦੂਜੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹ ਕੀ ਹੈ, ਰਿਪਲਸ਼ਨ। ਇਹਦੇ ਵਿੱਚ ਐਗਜ਼ਾਮਪਲ ਵੀ ਤੁਹਾਨੂੰ ਦਿੱਤੀ ਹੋਈ ਹੈ। ਕਹਿੰਦੇ ਆਪਾਂ ਜਦੋਂ ਜ਼ਮੀਨ ਦੇ ਉੱਤੇ ਕੋਈ ਚੀਜ਼ ਨੂੰ ਡੇਗਦੇ ਹਾਂ ਤਾਂ ਉਹ ਗ੍ਰੈਵਿਟੀ ਦੀ ਹੈਲਪ ਨਾਲ ਨੀਚੇ ਆ ਰਹੀ ਹੈ ਨਾ, ਤਾਂ ਅਰਥ ਦੀ ਜਿਹੜੀ ਗ੍ਰੈਵਿਟੀ ਆ ਉਹਨੂੰ ਆਪਣੇ ਵੱਲ ਅਟਰੈਕਟ ਕਰ ਰਹੀ ਹੈ। ਪਰ ਜਦੋਂ ਕੋਈ ਬਿਜਲੀ ਦਾ ਕਰੰਟ ਲੱਗਦਾ, ਬਿਜਲੀ ਦਾ ਕਰੰਟ ਆਪਾਂ ਨੂੰ ਲੱਗਦਾ ਤਾਂ ਇੱਕਦਮ ਚੀਜ਼ ਅਲੱਗ ਹੋ ਜਾਂਦੀ ਹੈ, ਉਹ ਕੀ ਹੈ, ਰਿਪਲਸ਼ਨ। ਪਰ ਜਦੋਂ ਕੋਈ ਚੀਜ਼ ਆਪਸ 'ਚ ਅਟਰੈਕਟ ਕਰ ਰਹੀ ਹੈ ਉਹ ਕੀ ਹੈ, ਅਟਰੈਕਸ਼ਨ। ਅੱਗੇ ਆ ਗਿਆ ਤੁਹਾਨੂੰ ਪੇਪਰ ਦੇ ਵਿੱਚ ਸ਼ਾਰਟ ਕੁਐਸਚਨ 'ਚ ਆ ਸਕਦਾ ਹੈ ਹੂਕਸ ਲੋ। ਹੂਕਸ ਲੋ ਕੁਛ ਨਹੀਂ ਹੁੰਦਾ, ਕਹਿੰਦੇ ਜਿਹੜੀ ਟੈਂਸ਼ਨ ਹੁੰਦੀ ਹੈ, ਟੈਂਸ਼ਨ ਆਫ ਇਲਾਸਟਿਕ ਸਟਰਿੰਗ ਇਜ਼ ਪ੍ਰਪੋਰਸ਼ਨਲ ਟੂ ਦਾ ਐਕਸਟੈਂਸ਼ਨ। ਮੈਂ ਤੁਹਾਨੂੰ ਹੁਣੀ ਪੰਜਾਬੀ 'ਚ ਇੱਥੇ ਸਮਝਾਇਆ ਕਿ ਟੈਂਸ਼ਨ ਕੀ ਹੈ, ਟੈਂਸ਼ਨ ਉੱਪਰ ਨੂੰ ਜਾਂਦੀ ਹੈ ਅਤੇ ਉਹਦਾ ਓਬਜੈਕਟ ਨੀਚੇ ਨੂੰ ਡਿੱਗਣ ਦੀ ਕੋਸ਼ਿਸ਼ ਕਰਦਾ ਹੈ। ਮਤਲਬ ਜਿਹੜੀ ਟੈਂਸ਼ਨ ਹੈ, ਵੈਸੇ ਤਾਂ ਇਹਦੀ ਲੈਂਥ ਮੰਨ ਲਓ ਸੀਗੀ 5 ਸੈਂਟੀਮੀਟਰ, ਲੈਂਥ 5 ਸੈਂਟੀਮੀਟਰ ਸੀ, ਪਰ ਜਿਵੇਂ ਹੀ ਓਬਜੈਕਟ ਨੀਚੇ ਜਾਣ ਦੀ ਕੋਸ਼ਿਸ਼ ਕਰੂਗਾ ਇਹਦੀ ਲੈਂਥ ਵੱਧ ਜੂਗੀ ਨਾ। ਤਾਂ ਟੈਂਸ਼ਨ ਕੀ ਕਹਿੰਦੇ, ਪ੍ਰਪੋਰਸ਼ਨਲ, ਮਤਲਬ ਐਗਜ਼ੈਕਟਲੀ ਬਰਾਬਰ ਨਹੀਂ ਹੁੰਦੀ ਪਰ ਇੱਕ ਪ੍ਰਪੋਰਸ਼ਨਲ ਹੁੰਦੀ ਹੈ। ਇਲਾਸਟੀਸਿਟੀ ਮਤਲਬ ਜਿੰਨੀ ਉਹਦੀ ਇਲਾਸਟੀਸਿਟੀ ਹੋਊਗੀ ਉਵੇਂ ਉਵੇਂ ਉਹਦੀ ਲੈਂਥ ਵਧੀ ਜੂਗੀ। ਤਾਂ ਟੈਂਸ਼ਨ ਇਜ਼ ਪ੍ਰਪੋਰਸ਼ਨਲ ਟੂ ਇਲਾਸਟੀਸਿਟੀ ਅਪੋਨ ਇਟਸ ਲੈਂਥ। ਪ੍ਰਪੋਰਸ਼ਨਲ ਦੀ ਜਗ੍ਹਾ 'ਤੇ ਤੁਸੀਂ ਇਜ਼ ਇਕੁਅਲ ਟੂ ਪਾਉਣਾ ਤਾਂ ਇੱਥੇ ਕੀ ਲਿਖ ਦੋਗੇ, ਲੈਮਡਾ। ਇਹ ਸਾਰੀ ਡੈਫੀਨੇਸ਼ਨ ਨੂੰ ਉਤਾਰ ਲਿਓ। ਬਸ ਇੱਥੇ ਤੱਕ ਹੀ ਤੁਸੀਂ ਅੱਜ ਡੈਫੀਨੇਸ਼ਨਸ ਨੂੰ ਚੰਗੀ ਤਰ੍ਹਾਂ ਨੋਟਸ ਬਣਾ ਲਿਓ, ਠੀਕ ਹੈ ਬੱਚੇ। ਮੈਨੂੰ ਨੋਟਸ ਪ੍ਰੀਪੇਅਰ ਚਾਹੀਦੇ ਹੀ ਚਾਹੀਦੇ ਨੇ। ਥੈਂਕ ਯੂ। ਜੇ ਕੁਝ ਪੁੱਛਣਾ ਹੋਵੇ ਯੂ ਕੈਨ ਮੈਸੇਜ ਮੀ।